ਸਮੇਂ ਦੀ ਗੱਲ ਹੈ, ਇੱਕ ਬਹੁਤ ਅਮੀਰ ਆਦਮੀ ਸੀ। ਉਹਨਾਂ ਦੀਆਂ 3 ਬੇਟੀਆਂ ਸੀ, ਜਿਹਦੇ ਚੋਂ 2 ਬਹੁਤ ਹੀ ਲਾਲਚੀ ਅਤੇ ਮਤਲਬੀ ਸੀ। ਪਰ ਉਹਨਾਂ ਦੀ ਤੀਜੀ ਬੇਟੀ ਦੇ ਦਿਲ ਵਿੱਚ ਢੇਰ ਸਾਰਾ ਪਿਆਰ ਸੀ। ਇੱਕ ਦਿਨ ਪਿਓ ਨੂੰ ਖਬਰ ਮਿਲੀ ਕਿ ਉਹਨਾਂ ਦੇ ਕੁਝ ਜਹਾਜ਼ ਤੂਫਾਨ ਦੀ ਵਜ੍ਹਾ ਨਾਲ ਸਮੁੰਦਰ ਵਿੱਚ ਡੁੱਬ ਗਏ ਨੇ। ਉਸ ਵਿਚਾਰੇ ਦਾ ਸਭ ਕੁਝ ਖਤਮ ਹੋ ਗਿਆ, ਸਿਵਾਏ ਜਿਸ ਘਰ ਵਿੱਚ ਉਹ ਰਹਿੰਦੇ ਸੀ। ਦੋਵੇਂ ਲਾਲਚੀ ਭੈਣਾਂ ਇਸ ਗੱਲ ਤੋਂ ਜ਼ਰਾ ਪਰੇਸ਼ਾਨ ਸੀ। ਉਸ ਪੂਰਾ ਦਿਨ ਉਹ ਬਸ ਬੈਠੇ ਚੰਗਾ ਮੰਦਾ ਬੋਲ ਰਹੀਆਂ ਸੀ। ਘਰ ਦਾ ਸਾਰਾ ਕੰਮ ਬਿਊਟੀ ਹੀ ਕਰ ਰਹੀ ਸੀ। ਕੁਝ ਸਮੇਂ ਬਾਅਦ ਪਿਤਾ ਜੀ ਨੂੰ ਪਤਾ ਚੱਲਿਆ ਕਿ ਉਹਨਾਂ ਦਾ ਇੱਕ ਜਹਾਜ਼ ਸਮੁੰਦਰ ਕੰਢੇ ਪਹੁੰਚ ਗਿਆ ਹੈ। ਉਹ ਉਹਦੇ ਕੋਲ ਜਾਣ ਦੀ ਤਿਆਰੀ ਕਰਨ ਲੱਗੇ। ਜਾਣ ਤੋਂ ਪਹਿਲਾਂ ਉਹਨਾਂ ਨੇ ਆਪਣੀ ਬੇਟੀਆਂ ਨੂੰ ਪੁੱਛਿਆ, ਤੁਹਾਡੇ ਤਿੰਨਾਂ ਦੇ ਵਾਸਤੇ ਅਸੀਂ ਕੀ ਲਿਆਈਏ? ਡਰੈਸ, ਸ਼ੂਜ਼, ਨੈਕਲੈਸ ਅਤੇ ਬ੍ਰੇਸਲੇਟਸ। ਤੇ ਤੇਰੇ ਲਈ ਬਿਊਟੀ, ਕੁਛ ਤਾਂ ਮੰਗ। ਬਸ ਇੱਕ ਗੁਲਾਬ ਦਾ ਫੁੱਲ ਡੈਡੀ। ਪਿਤਾ ਜੀ ਇੱਕ ਲੰਮਾ ਸਫ਼ਰ ਤੈਅ ਕਰਕੇ ਉਸ ਜਹਾਜ਼ ਤੱਕ ਪਹੁੰਚੇ। ਨਾ ਉਸ ਵਿੱਚ ਕੋਈ ਸਮਾਨ ਸੀ, ਨਾ ਹੀ ਉਹ ਜਹਾਜ਼ ਕੰਮਦਾ ਰਹਿ ਗਿਆ ਸੀ। ਉਦਾਸ ਅਤੇ ਥੱਕੇ ਹਾਰੇ ਉਹ ਵਾਪਸ ਘਰ ਨੂੰ ਮੁੜ ਪਏ। ਹਨੇਰਾ ਹੁੰਦੇ ਉਹ ਇੱਕ ਜੰਗਲ ਵਿੱਚ ਪਹੁੰਚੇ। ਸੁਨਸਾਨ ਪਿਆ ਸੀ ਅਤੇ ਠੰਡ ਵੀ ਸੀ। ਬਰਫ਼ ਪੈ ਰਹੀ ਸੀ। ਕਈ ਘੰਟਿਆਂ ਤੱਕ ਉਹ ਤੁਰਦੇ ਰਹੇ, ਬਰਫ਼ ਦੇ ਉੱਤੇ ਵੀ। ਅਖੀਰ ਇੱਕ ਜਗ੍ਹਾ ਉਹਨਾਂ ਨੂੰ ਇੱਕ ਕੈਸਲ ਦਿਖਿਆ, ਜਿਹਦੇ ਵਿੱਚ ਲਾਈਟਾਂ ਜਲ ਰਹੀਆਂ ਸੀ। ਉਹ ਮਦਦ ਦੀ ਉਮੀਦ ਵਿੱਚ ਅੰਦਰ ਗਏ। ਕੁਝ ਅਜੀਬ ਸੀ ਉਹ ਕੈਸਲ। ਸਾਰੇ ਪਾਸੇ ਲਾਈਟਾਂ ਜਲ ਰਹੀਆਂ ਸੀ। ਡਾਈਨਿੰਗ ਟੇਬਲ ਤੇ ਖਾਣਾ ਵੀ ਲੱਗਿਆ ਸੀ ਅਤੇ ਚਿਮਨੀ ਵੀ ਜਲ ਰਹੀ ਸੀ। ਮਗਰ ਇਨਸਾਨ ਇੱਕ ਵੀ ਨਜ਼ਰ ਨਹੀਂ ਆ ਰਿਹਾ ਸੀ। ਉਹਨਾਂ ਨੇ ਆਵਾਜ਼ ਵੀ ਲਗਾਈ, ਪਰ ਕੋਈ ਜਵਾਬ ਨਹੀਂ। ਕਦੋਂ ਤੱਕ ਰੁਕਦੇ? ਭੁੱਖ ਬੜੀ ਲੱਗੀ ਸੀ। ਉਹਨਾਂ ਨੇ ਖਾਣਾ ਖਾਇਆ ਅਤੇ ਇੱਕ ਸੋਹਣੇ ਜਿਹੇ ਬੈੱਡ ਤੇ ਸੋ ਗਏ। ਜਦੋਂ ਉਹ ਸਵੇਰੇ ਉੱਠੇ, ਉਹਨਾਂ ਨੂੰ ਪਾਉਣ ਵਾਸਤੇ ਤਾਜ਼ੇ ਕੱਪੜੇ ਤਿਆਰ ਮਿਲੇ। ਥੱਲੇ ਗਏ ਤਾਂ ਸ਼ਾਨਦਾਰ ਬ੍ਰੇਕਫਾਸਟ ਤਿਆਰ ਸੀ। ਇਹ ਜ਼ਰੂਰ ਕਿਸੇ ਪਰੀ ਦਾ ਕੈਸਲ ਹੋਵੇਗਾ, ਵਰਨਾ ਕੋਈ ਕਿਸੇ ਦੀ ਐਨੀ ਮਦਦ ਕਰਦਾ ਹੈ। ਉਹ ਮਿਲੇ ਤਾਂ ਮੈਂ ਥੈਂਕ ਯੂ ਬੋਲਾਂਗਾ ਮਿਲਕਰ। ਕੈਸਲ ਚੋਂ ਨਿਕਲਦੇ ਹੋਏ ਉਹਨਾਂ ਨੂੰ ਗਾਰਡਨ ਵਿੱਚ ਗੁਲਾਬ ਦਿਖਿਆ। ਉਹਨਾਂ ਨੇ ਸੋਚਿਆ, ਮੈਂ ਆਪਣੀ ਦੋਨਾਂ ਬੇਟੀਆਂ ਵਾਸਤੇ ਤਾਂ ਕੁਝ ਨਹੀਂ ਲੈ ਕੇ ਜਾ ਰਿਹਾ, ਘੱਟ ਤੋਂ ਘੱਟ ਬਿਊਟੀ ਵਾਸਤੇ ਤਾਂ ਲੈ ਜਾਵਾਂ। ਜਿੱਦਾਂ ਹੀ ਉਹਨਾਂ ਨੇ ਇੱਕ ਗੁਲਾਬ ਤੋੜਿਆ, ਧਰਤੀ ਹਿੱਲਣ ਲੱਗੀ ਅਤੇ ਹਵਾ ਤੇਜ਼ ਹੋ ਗਈ। ਪੇੜਾਂ ਦੇ ਵਿੱਚੋਂ ਇੱਕ ਰਾਖਸ਼ਸ ਵਰਗਾ ਦਿਖਣ ਵਾਲਾ ਬੀਸਟ ਨਿਕਲ ਕੇ ਆਇਆ। ਪਿਤਾ ਜੀ ਦਾ ਸਿਰ ਚਕਰਾਣ ਲੱਗਾ ਉਹਨੂੰ ਦੇਖ ਕੇ। ਮੈਂ ਤੈਨੂੰ ਖਾਣਾ ਦਿੱਤਾ, ਕੱਪੜੇ ਦਿੱਤੇ, ਰਹਿਣ ਦੀ ਜਗ੍ਹਾ ਦਿੱਤੀ, ਤੇ ਤੁਸੀਂ ਮੇਰੇ ਗੁਲਾਬ ਤੋੜਦੇ ਹੋ। ਇਹ ਸ਼ਰਾਫਤ ਹੈ ਤੁਹਾਡੀ। ਪਿਤਾ ਜੀ ਉਹਨੂੰ ਸੌਰੀ ਕਹਿੰਦੇ ਰਹੇ ਅਤੇ ਦੱਸਿਆ ਕਿ ਉਹ ਇੱਕ ਗੁਲਾਬ ਆਪਣੀ ਬੇਟੀ ਵਾਸਤੇ ਲੈ ਕੇ ਜਾਣਾ ਚਾਹੁੰਦੇ ਸੀ। ਜੋ ਤੁਸੀਂ ਕੀਤਾ ਉਹਦੀ ਸਜ਼ਾ ਤੇ ਮਿਲੇਗੀ। ਮੈਨੂੰ ਮਾਫ ਕਰ ਦੇਵੋ। ਮੈਂ ਤੁਹਾਨੂੰ ਇੱਕ ਹੀ ਸ਼ਰਤ ਨਾਲ ਮਾਫ ਕਰ ਸਕਦਾ। ਬੀਸਟ ਨੇ ਪਿਓ ਨੂੰ ਬੋਲਿਆ, ਤੁਹਾਡੀ 3 ਧੀਆਂ ਨੇ, ਜੇ ਉਹਨਾਂ ਚੋਂ ਇੱਕ ਮੇਰੇ ਨਾਲ ਰਹਿਣ ਲੱਗੇ ਤਾਂ ਮੈਂ ਤੈਨੂੰ ਜ਼ਿੰਦਾ ਰਹਿਣ ਦਿਆਂਗਾ। ਦਿਲ ਤੇ ਬੋਝ ਲੈ ਕੇ ਪਿਤਾ ਜੀ ਘਰ ਵੱਲ ਤੁਰ ਪਏ। ਘਰ ਪਹੁੰਚਣ ਤੇ ਦੋਨੋਂ ਮਤਲਬੀ ਭੈਣਾਂ ਨੇ ਪਿਤਾ ਜੀ ਦੀ ਕਹਾਣੀ ਸੁਣੀ, ਪਰ ਬੀਸਟ ਦੀ ਸ਼ਰਤ ਨੂੰ ਅਣਸੁਣਾ ਕਰ ਦਿੱਤਾ। ਬਿਊਟੀ ਉਹਨਾਂ ਤੋਂ ਵੱਖਰੀ ਸੀ। ਡੈਡੀ, ਜੇ ਤੁਸੀਂ ਹਾਂ ਕਹੋ ਤਾਂ ਬੀਸਟ ਦੇ ਕੋਲ ਮੈਂ ਚਲੀ ਜਾਣੀ ਹਾਂ। ਦੋਨੋਂ ਮਤਲਬੀ ਭੈਣਾਂ ਖੁਸ਼ ਹੋ ਗਈਆਂ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਵੈਸੇ ਵੀ ਸਾਰੀ ਗਲਤੀ ਬਿਊਟੀ ਦੀ ਹੀ ਸੀ।
ਉਦਾਸ ਅਤੇ ਮਜਬੂਰ ਪਿਤਾ ਜੀ ਬਿਊਟੀ ਨੂੰ ਲੈ ਕੇ ਕੈਸਲ ਵੱਲ ਨਿਕਲੇ। ਪਹੁੰਚ ਕੇ ਵੇਖਿਆ ਕਿ ਸਭ ਕੁਝ ਪਹਿਲਾਂ ਵਰਗਾ ਹੀ ਸੀ। ਟੇਬਲ ਤੇ ਖਾਣਾ ਸੀ ਅਤੇ ਕੋਈ ਨਜ਼ਰ ਨਹੀਂ ਆ ਰਿਹਾ ਸੀ। ਉਹਨਾਂ ਨੇ ਖਾਣਾ ਖਾਣਾ ਸ਼ੁਰੂ ਹੀ ਕੀਤਾ ਸੀ ਕਿ ਬੀਸਟ ਉੱਥੇ ਪਹੁੰਚਿਆ। ਉਹਨੂੰ ਦੇਖਦੇ ਹੀ ਬਿਊਟੀ ਦੀ ਹਾਲਤ ਖਰਾਬ ਹੋ ਗਈ, ਕਿਉਂਕਿ ਬੀਸਟ ਉਨਾ ਹੀ ਭਿਆਨਕ ਸੀ ਜਿੰਨਾ ਪਿਤਾ ਜੀ ਨੇ ਉਹਨੂੰ ਦੱਸਿਆ ਸੀ। ਬੀਸਟ ਨੇ ਬਹੁਤ ਨਮਰਤਾ ਦੇ ਨਾਲ ਪੁੱਛਿਆ, ਕੀ ਤੂੰ ਇੱਥੇ ਆਪਣੀ ਮਰਜ਼ੀ ਨਾਲ ਆਈ ਹੈ? ਹਾਂ। ਤਾਂ ਕੱਲ ਸਵੇਰੇ ਤੇਰੇ ਪਿਤਾ ਜੀ ਇੱਥੋਂ ਚਲੇ ਜਾਣਗੇ ਤੇ ਕਦੀ ਨਹੀਂ ਮੁੜेंगे। ਬਿਊਟੀ ਅਗਲੀ ਸਵੇਰ ਉੱਠੀ ਤਾਂ ਪਿਤਾ ਜੀ ਜਾ ਚੁੱਕੇ ਸੀ ਅਤੇ ਸ਼ਾਨਦਾਰ ਬ੍ਰੇਕਫਾਸਟ ਉਹਦੀ ਉਡੀਕ ਕਰ ਰਿਹਾ ਸੀ। ਉਹ ਕੁਝ ਦੇਰ ਗਾਰਡਨ ਵਿੱਚ ਘੁੰਮ ਰਹੀ ਸੀ। ਗੁਲਾਬ ਦੇਖਦੇ ਹੀ ਉਹ ਉਦਾਸ ਹੋ ਗਈ। ਫਿਰ ਉਹ ਕੈਸਲ ਦੇ ਅੰਦਰ ਗਈ। ਇੱਕ ਬੂਹਾ ਗੁਲਾਬ ਨਾਲ ਭਰਿਆ ਸੀ। ਉਹਨੂੰ ਸਮਝ ਨਹੀਂ ਆਇਆ ਉਹ ਉਹਦੇ ਅੰਦਰ ਗਈ। ਬਹੁਤ ਸੋਹਣੇ ਤਰੀਕੇ ਨਾਲ ਉਸ ਰੂਮ ਨੂੰ ਸਜਾਇਆ ਗਿਆ ਸੀ। ਉਹਦੇ ਵਿੱਚ ਕਿਤਾਬਾਂ, ਫੁੱਲ ਅਤੇ ਮਿਊਜ਼ੀਕਲ ਇਨਸਟਰੂਮੈਂਟ ਸੀ। ਉਹਨੂੰ ਲੱਗਿਆ ਕਿ ਜਿਹੜਾ ਰੂਮ ਨੂੰ ਇਸ ਤਰ੍ਹਾਂ ਸਜਾ ਸਕਦਾ ਹੈ ਉਹ ਕਿਸੇ ਨੂੰ ਸੱਟ ਨਹੀਂ ਪੁਜਾ ਸਕਦਾ। ਫਿਰ ਉਹਨੇ ਇੱਕ ਕਿਤਾਬ ਚੁੱਕੀ। ਉਹਦੇ ਵਿੱਚ ਗੋਲਡਨ ਲੈਟਰਸ ਨਾਲ ਲਿਖਿਆ ਸੀ, ਸਾਹਿਬਾ ਤੁਹਾਡੀ ਖੁਆਇਸ਼ ਮੇਰੀ ਲਈ ਹੁਕਮ ਹੈ। ਕਾਸ਼ ਮੈਂ ਡੈਡੀ ਨੂੰ ਹੁਣੇ ਦੇਖ ਪਾਂਦੀ। ਜਿੱਦਾਂ ਹੀ ਬਿਊਟੀ ਨੇ ਬੋਲਿਆ, ਉਹਨੂੰ ਸ਼ੀਸ਼ੇ ਵਿੱਚ ਪਿਤਾ ਜੀ ਦਿਖੇ। ਬਿਊਟੀ ਬਹੁਤ ਖੁਸ਼ ਹੋਈ। ਉਹਦੇ ਪਿਤਾ ਜੀ ਉਹਦੇ ਸਾਹਮਣੇ ਜੋ ਸੀ, ਉਸੇ ਰਾਤ ਡਿਨਰ ਦੇ ਸਮੇਂ ਬੀਸਟ ਫੇਰ ਆਇਆ। ਕਿ ਮੈਂ ਤੁਹਾਨੂੰ ਦੇਖ ਸਕਦਾ ਹਾਂ ਬਿਊਟੀ? ਇਹ ਕੈਸਲ ਤੁਹਾਡਾ ਹੈ, ਮੈਨੂੰ ਕਿਉਂ ਪੁੱਛ ਰਹੇ ਹੋ? ਨਹੀਂ, ਹੁਣ ਇਹ ਸਭ ਤੁਹਾਡਾ ਹੈ। ਤੁਸੀਂ ਚਾਹੋ ਤਾਂ ਮੈਂ ਹੁਣੇ ਨਿਕਲ ਜਾਵਾਂ ਇੱਥੋਂ। ਬਿਊਟੀ ਨੂੰ ਬਹੁਤ ਅਚਰਜ ਹੋਇਆ ਇਹ ਸੁਣ ਕੇ। ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ ਕਿ ਮੈਂ ਸੱਚੀ ਹੀ ਬਦਸੂਰਤ ਹਾਂ? ਉਹਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਬੋਲੇ। ਫਿਰ ਉਹਨੇ ਸਿਰ ਹਿਲਾ ਕੇ ਹਾਮੀ ਭਰੀ। ਤਾਂ ਮੇਰੇ ਨਾਲ ਵਿਆਹ ਕਰੇਂਗੀ? ਇਸ ਵਾਰੀ ਬਿਊਟੀ ਜਰਾ ਸਖਤੀ ਨਾਲ ਬੋਲ ਪਈ, ਨਹੀਂ। ਬੀਸਟ ਵਾਪਸ ਮੁੜ ਕੇ ਚਲਾ ਗਿਆ, ਉਦਾਸ, ਕੱਲਾ। ਹਰ ਰੋਜ਼ ਡਿਨਰ ਦੇ ਵੇਲੇ ਬੀਸਟ ਬਿਊਟੀ ਨੂੰ ਮਿਲਦਾ ਸੀ ਅਤੇ ਉਹਦੀ ਕਾਫੀ ਦੇਖਭਾਲ ਕਰਦਾ ਸੀ। ਏਦਾਂ ਹੀ ਦਿਨ ਗੁਜ਼ਰਦੇ ਰਹੇ ਅਤੇ ਬਿਊਟੀ ਨੂੰ ਬੀਸਟ ਦੀ ਆਦਤ ਜਿਹੀ ਪੈ ਗਈ ਸੀ। ਕਾਸ਼ ਇਹ ਜਰਾ ਸੋਹਣੇ ਹੁੰਦੇ। ਕੁਝ ਮਹੀਨੇ ਹੋਰ ਗੁਜ਼ਰੇ। ਹੁਣ ਬਿਊਟੀ ਨੂੰ ਬੀਸਟ ਤੋਂ ਕੋਈ ਡਰ ਨਹੀਂ ਸੀ, ਬਲਕਿ ਉਹਨੂੰ ਉਹ ਪਸੰਦ ਆਣ ਲੱਗਾ ਸੀ। ਇੱਕ ਦਿਨ ਉਹਨੂੰ ਸ਼ੀਸ਼ੇ ਵਿੱਚ ਆਪਣੇ ਪਿਤਾ ਜੀ ਬਿਮਾਰ ਦਿਸੇ। ਉਹ ਬੀਸਟ ਦੇ ਕੋਲ ਗਈ ਘਰ ਜਾਣ ਲਈ ਪੁੱਛਣ, ਕਿਉਂਕਿ ਉਹਨੂੰ ਆਪਣੇ ਪਿਤਾ ਜੀ ਦੀ ਦੇਖਭਾਲ ਕਰਨੀ ਸੀ। ਬਿਲਕੁਲ ਤੁਸੀਂ ਜਾ ਸਕਦੇ ਹੋ, ਪਰ ਜੇ ਤੁਸੀਂ ਵਾਪਸ ਨਹੀਂ ਆਏ ਸ਼ਾਇਦ ਮੈਂ ਦੁੱਖ ਨਾਲ ਮਰ ਜਾਵਾਂਗਾ। ਮੈਂ ਇੱਕ ਹਫ਼ਤੇ ਵਿੱਚ ਵਾਪਸ ਆ ਜਾਵਾਂਗੀ। ਬੀਸਟ ਨੇ ਬਿਊਟੀ ਨੂੰ ਇੱਕ ਮੁੰਦਰੀ ਦਿੱਤੀ। ਉਹਨੂੰ ਜੇ ਉਹ ਸੌਂਦੇ ਵੇਲੇ ਉਤਾਰ ਦਵੇ, ਉਹ ਉੱਠੇਗੀ ਸਿੱਧਾ ਕੈਸਲ ਦੇ ਅੰਦਰ। ਅਗਲੀ ਸਵੇਰ ਉਹ ਆਪਣੇ ਪਿਤਾ ਜੀ ਦੇ ਘਰ ਵਿੱਚ ਆਪਣੇ ਪੁਰਾਣੇ ਬੈੱਡ ਤੇ ਜਾਗੀ। ਉਹ ਆਪਣੇ ਡੈਡੀ ਨੂੰ ਵੇਖ ਕੇ ਬਹੁਤ ਖੁਸ਼ ਹੋਈ ਅਤੇ ਉਹਦੇ ਡੈਡੀ ਦੀ ਅੱਧੀ ਬਿਮਾਰੀ ਭੱਜ ਗਈ ਉਹਨੂੰ ਮਿਲ ਕੇ। ਦੁਪਹਿਰ ਨੂੰ ਬਿਊਟੀ ਦੀਆਂ ਭੈਣਾਂ, ਜਿਨ੍ਹਾਂ ਦਾ ਹੁਣ ਵਿਆਹ ਹੋ ਚੁੱਕਾ ਸੀ, ਪਿਤਾ ਜੀ ਨੂੰ ਮਿਲਣ ਆਈਆਂ। ਘਰ ਵਿੱਚ ਬਿਊਟੀ ਨੂੰ ਦੇਖ ਕੇ ਉਹਨਾਂ ਨੂੰ ਬਹੁਤ ਗੁੱਸਾ ਆਇਆ। ਉਹਨਾਂ ਨੇ ਉਹਨੂੰ ਉਲਝਣ ਵਿੱਚ ਫਸਾਉਣ ਦੀ ਠਾਣ ਲਈ। ਉਹਨੂੰ ਇੱਧਰ ਇੱਕ ਹਫ਼ਤਾ ਹੋਰ ਰੋਕ ਲੈਨੇ ਹਾਂ। ਬੀਸਟ ਗੁੱਸੇ ਵਿੱਚ ਆਏਗਾ ਅਤੇ ਉਹਨੂੰ ਮਾਰ ਦੇਵੇਗਾ। ਦੋਨੋਂ ਭੈਣਾਂ ਬਿਊਟੀ ਕੋਲ ਜਾ ਕੇ ਰੋਣ ਲੱਗੀਆਂ ਅਤੇ ਕਿਹਾ ਕਿ ਉਹਨਾਂ ਨੂੰ ਵੱਖ-ਵੱਖ ਨਹੀਂ ਰਹਿਣਾ।
ਬਿਊਟੀ ਨੇ ਫੈਸਲਾ ਕਰ ਲਿਆ ਇੱਕ ਹੋਰ ਹਫਤਾ ਉੱਥੇ ਰਹਿਣ ਦਾ। ਕੁਝ ਦਿਨਾਂ ਵਿੱਚ ਹੀ ਬਿਊਟੀ ਨੂੰ ਬੀਸਟ ਦੀ ਯਾਦ ਆਉਣ ਲੱਗ ਪਈ। ਇੱਕ ਰਾਤ ਉਹਨੇ ਬੀਸਟ ਨੂੰ ਆਪਣੇ ਗਾਰਡਨ ਵਿੱਚ ਬੇਜਾਨ ਜਿਹਾ ਪਿਆ ਹੋਇਆ ਵੇਖਿਆ। ਉਹ ਇੱਕਦਮ ਘਬਰਾ ਉੱਠੀ। ਮੈਂ ਕਿੰਨੀ ਮਤਲਬੀ ਬਣ ਰਹੀ ਹਾਂ। ਉਹਨੇ ਉਸੇ ਵੇਲੇ ਆਪਣੀ ਮੁੰਦਰੀ ਕੱਢ ਕੇ ਰੱਖ ਦਿੱਤੀ ਅਤੇ ਅਗਲੀ ਸਵੇਰ ਉਹ ਬੀਸਟ ਦੀ ਕੈਸਲ ਵਿੱਚ ਉੱਠੀ। ਉਹ ਦਿਨ ਭਰ ਬੀਸਟ ਦਾ ਰਸਤਾ ਦੇਖਦੀ ਰਹੀ, ਪਰ ਉਹਦੀ ਕੋਈ ਖਬਰ ਨਹੀਂ। ਘੰਟੋਂ ਪਰੇਸ਼ਾਨ ਰਹੀ, ਪਰ ਬੀਸਟ ਦੀ ਕੋਈ ਖਬਰ ਨਹੀਂ। ਇੱਕਦਮ ਤੋਂ ਉਹ ਗਾਰਡਨ ਵਿੱਚ ਗਈ। ਬੀਸਟ ਉੱਥੇ ਹੀ ਪਿਆ ਸੀ, ਬਿਲਕੁਲ ਓਦਾਂ ਹੀ ਜਿੱਦਾਂ ਸੁਪਨੇ ਵਿੱਚ ਦੇਖਿਆ ਸੀ ਉਹਨੇ। ਬਿਊਟੀ ਭੱਜ ਕੇ ਗਈ ਉਹਦੇ ਕੋਲ ਅਤੇ ਉਹਨੂੰ ਗਲੇ ਲਾ ਲਿਆ। ਬੀਸਟ ਦਾ ਦਿਲ ਧੜਕ ਰਿਹਾ ਸੀ। ਉਹਨੇ ਬੜੀ ਮੁਸ਼ਕਿਲ ਨਾਲ ਅੱਖਾਂ ਖੋਲੀਆਂ ਤੇ ਕੁਝ ਕਿਹਾ। ਮੈਨੂੰ ਲੱਗਿਆ ਸੀ ਤੁਸੀਂ ਨਹੀਂ ਆਓਗੇ ਸਾਹਿਬਾ, ਤਾਂ ਹੀ ਮੈਂ ਖਾਣਾ ਪੀਣਾ ਛੱਡ ਦਿੱਤਾ ਸੀ ਤੇ ਮੈਂ ਮਰਨ ਦੀ ਉਡੀਕ ਕਰ ਰਿਹਾ ਸੀ। ਪਰ ਮੈਂ ਤਾਂ ਤੈਨੂੰ ਚਾਹੁੰਦੀ ਹਾਂ, ਤੁਸੀਂ ਮੇਰੇ ਨਾਲ ਵਿਆਹ ਕਰੋਗੇ? ਉਸੇ ਪਲ ਕੁਝ ਜਾਦੂ ਜਿਹਾ ਹੋਣ ਲੱਗਿਆ। ਕੈਸਲ ਦੀ ਖੂਬਸੂਰਤੀ 2 ਗੁਣਾ ਹੋ ਗਈ। ਬਿਊਟੀ ਨੇ ਚਮਕਦੀਆਂ ਅੱਖਾਂ ਨਾਲ ਚਾਰੋਂ ਪਾਸੇ ਵੇਖਿਆ ਅਤੇ ਫਿਰ ਜਦੋਂ ਬੀਸਟ ਵੱਲ ਮੁੜੀ ਉਹ ਤੇ ਉੱਥੇ ਇੱਕ ਗੱਭਰੂ ਜਵਾਨ ਤੇ ਸੋਹਣਾ ਪ੍ਰਿੰਸ ਸੀ। ਉਹਨੂੰ ਦੇਖਦੇ ਹੀ ਬਿਊਟੀ ਨੂੰ ਰੋਣਾ ਆ ਗਿਆ। ਤੁਸੀਂ ਕੌਣ ਹੋ? ਬੀਸਟ ਸੀ ਇੱਥੇ, ਉਹ ਕਿੱਥੇ ਗਏ? ਪ੍ਰਿੰਸ ਉੱਠ ਕੇ ਬੋਲਿਆ, ਮੈਂ ਹੀ ਉਹ ਬੀਸਟ ਹਾਂ। ਇੱਕ ਡਾਇਨ ਨੇ ਮੇਰੇ ਉੱਤੇ ਜਾਦੂ ਕਰਕੇ ਮੈਨੂੰ ਇੱਕ ਭਿਆਨਕ ਬੀਸਟ ਬਣਾ ਦਿੱਤਾ ਸੀ। ਜੇ ਤੁਸੀਂ ਮੈਨੂੰ ਵਿਆਹ ਲਈ ਨਹੀਂ ਪੁੱਛਦੇ, ਮੈਨੂੰ ਪੂਰੀ ਜ਼ਿੰਦਗੀ ਬੀਸਟ ਬਣ ਕੇ ਹੀ ਕੱਟਣੀ ਪੈਂਦੀ। ਬਿਊਟੀ ਇਹ ਸੁਣ ਕੇ ਬਹੁਤ ਖੁਸ਼ ਹੋਈ। ਸੱਚੇ ਦਿਲ ਨਾਲ ਉਹਨੂੰ ਸੱਚਾ ਪਿਆਰ ਜੋ ਮਿਲਿਆ। ਬਿਊਟੀ ਅਤੇ ਪ੍ਰਿੰਸ ਨੇ ਵਿਆਹ ਕੀਤਾ ਅਤੇ ਹਮੇਸ਼ਾ ਖੁਸ਼ੀ-ਖੁਸ਼ੀ ਰਹੇ। एक खूबसूरत दिन दी गल है। एलिस अपनी दीदी नाल पिकनिक ते गई सी। दीदी अपनी किताब पढ़ रही सी अते साडी एलिस बोर हो रही सी। उसे वेले एक चिट्टा खरगोश उत्थों लंघिया। ओ खरगोश अपने आप नाल गल कर रहा सी। एलिस नू बड़ा अजीब लग्या कि खरगोश गल किवें कर रहा है। खरगोश ने पॉकेट विचों एक कड़ी कड्डी ते बोलिया, ओहो कितना लेट हो गया मैं। एलिस हैरान होके वेख रही सी सब अते ओ खरगोश दे मगर मगर तुर पई। खरगोश ने एक पेड़ ते चढ़ के उदे तने विच छाल मारी अते एलिस ने भी उदे मगर छाल मारी। अंदर ओ डिगदी ही जा रही सी, जिवें कोई डूंगा खूह होवे। ਉਹ ਥੱਲੇ ਹੋਰ ਥੱਲੇ ਡਿੱਗਦੇ ਹੋਏ ਉਹਨੂੰ ਕਈ ਚੀਜ਼ਾਂ ਦਿਖ ਰਹੀਆਂ ਸੀ। ਫਰਨੀਚਰ, ਖਾਣ ਦੀਆਂ ਚੀਜ਼ਾਂ ਅਤੇ ਬਹੁਤ ਕੁਝ। ਉਹਦੀ ਜਿਵੇਂ ਦੁਨੀਆ ਹੀ ਘੁੰਮ ਰਹੀ ਸੀ। ਅਖੀਰ 'ਚ ਉਹ ਇੱਕ ਗੱਦੇ ਤੇ ਜਾ ਡਿੱਗੀ। ਉੱਠਦੇ ਹੀ ਉਹਦੇ ਸਾਹਮਣੇ ਇੱਕ ਕੋਰੀਡੋਰ ਸੀ ਲੰਮਾ ਜਿਹਾ ਅਤੇ ਉਹ ਤੁਰ ਕੇ ਜਾਣ ਲੱਗੀ। ਉਹਨੂੰ ਕਈ ਸਾਰੇ ਬੂਹੇ ਦਿਖੇ ਜਿਹੜੇ ਲੌਕਡ ਸੀ। ਅਚਾਨਕ ਖਰਗੋਸ਼ ਗਾਇਬ ਹੋ ਗਿਆ। ਹੁਣ ਉਹਨੂੰ ਚਿੰਤਾ ਹੋਣ ਲੱਗੀ ਸੀ ਕਿ ਉਹ ਬਾਹਰ ਕਿਵੇਂ ਨਿਕਲੇਗੀ। ਉਸੇ ਵੇਲੇ ਉਹਨੂੰ ਟੇਬਲ ਤੇ ਪਈ ਮਿਲੀ ਇੱਕ ਚਾਬੀ। ਇਸ ਚਾਬੀ ਨੂੰ ਉਹਨੇ ਉਹਨਾਂ ਬੂਹਿਆਂ ਚਲਾਇਆ, ਪਰ ਚਾਬੀ ਬਹੁਤ ਛੋਟੀ ਪੈ ਰਹੀ ਸੀ। ਇੱਧਰ ਉੱਧਰ ਦੇਖਣ ਤੇ ਉਹਨੂੰ ਪਰਦੇ ਦੇ ਪਿੱਛੇ ਲੁਕਿਆ ਹੋਇਆ ਦਿਖਿਆ ਇੱਕ ਨਿੱਕਾ ਜਿਹਾ ਬੂਹਾ ਅਤੇ ਉਹਦੇ 'ਚ ਚਾਬੀ ਲਾਂਦੇ ਹੀ ਆਬਰਾ ਕਾ ਡਾਬਰਾ ਬੂਹਾ ਖੁੱਲ ਗਿਆ ਅਤੇ ਖੁੱਲਦੇ ਹੀ ਐਲਿਸ ਨੇ ਜੋ ਵੇਖਿਆ, ਵਾਹ! ਉਹਨੇ ਵੇਖਿਆ ਇੱਕ ਬਹੁਤ ਸੋਹਣਾ ਗਾਰਡਨ। ਪਰ ਐਲਿਸ ਉੱਥੇ ਜਾ ਨਹੀਂ ਪਾ ਰਹੀ ਸੀ ਕਿਉਂਕਿ ਬੂਹਾ ਨਿੱਕਾ ਸੀ। ਉਹ ਜਦੋਂ ਵਾਪਸ ਅੰਦਰ ਆਈ, ਟੇਬਲ ਤੇ ਇੱਕ ਬੋਤਲ ਪਈ ਸੀ ਜਿੱਦੇ ਉੱਤੇ ਲਿਖਿਆ ਸੀ
ਡਰਿੰਕ ਮੀ। ਐਲਿਸ ਗਟ-ਗਟ ਕਰਕੇ ਉਹਨੂੰ ਪੀਣ ਲੱਗੀ। ਜਿੰਨਾ ਉਹ ਜਾਦੂਈ ਸ਼ਰਬਤ ਪੀ ਰਹੀ ਸੀ, ਉਨੀ ਹੀ ਉਹ ਨਿੱਕੀ ਹੁੰਦੀ ਜਾ ਰਹੀ ਸੀ। ਹੁਣ ਉਹ ਇੰਨੀ ਨਿੱਕੀ ਹੋ ਗਈ ਕਿ ਬੂਹੇ ਤੋਂ ਬਾਹਰ ਨਿਕਲ ਸਕਦੀ ਸੀ। ਪਰ ਜਦੋਂ ਉਹਨੇ ਚਾਬੀ ਵੱਲ ਵੇਖਿਆ ਤਾਂ ਪਤਾ ਲੱਗਿਆ ਕਿ ਉਹ ਉਸ ਤੱਕ ਪਹੁੰਚ ਨਹੀਂ ਪਾਵੇਗੀ। ਉਹ ਰੋਣ ਲੱਗ ਪਈ। ਉਸੇ ਵੇਲੇ ਉਹਨੂੰ ਫਲੋਰ ਤੇ ਇੱਕ ਕੇਕ ਦਿਖਿਆ ਅਤੇ ਉਸ ਕੇਕ ਤੇ ਲਿਖਿਆ ਸੀ ਈਟ ਮੀ। ਐਲਿਸ ਨੇ ਉਸ ਕੇਕ ਚੋਂ ਇੱਕ ਟੋਟਾ ਲੈ ਕੇ ਖਾਧਾ। ਖਾਂਦੇ ਹੀ ਉਹ ਵਾਪਸ ਵੱਡੀ ਹੋਣ ਲੱਗੀ। ਹੁਣ ਉਹ ਚਾਬੀ ਤਾਂ ਚੱਕ ਲੈਂਦੀ, ਪਰ ਉਸ ਬੂਹੇ ਚੋਂ ਕਿਵੇਂ ਨਿਕਲੇਗੀ? ਐਲਿਸ ਬਹੁਤ ਦੁਖੀ ਹੋ ਗਈ। ਉਹ ਫੇਰ ਤੋਂ ਰੋਣ ਲੱਗ ਪਈ। ਉਹ ਇੰਨਾ ਰੋਈ ਕਿ ਉਹਦੇ ਹੰਝੂਆਂ ਨਾਲ ਦਰਿਆ ਜਿਹਾ ਬਣ ਗਿਆ। ਉਸੇ ਵੇਲੇ ਉਹ ਖਰਗੋਸ਼ ਉੱਥੋਂ ਹੜਬੜੀ 'ਚ ਭੱਜ ਕੇ ਗਿਆ। ਐਲਿਸ ਨੇ ਸੱਦਿਆ, ਪਲੀਜ਼ ਰੁਕੋ, ਹੈਲਪ ਮੀ। ਪਰ ਉਹ ਜਾਂਦਾ ਹੀ ਰਿਹਾ, ਦੇਖਿਆ ਵੀ ਨਹੀਂ ਮੁੜ ਕੇ। ਪਰ ਜਾਂਦੇ ਹੋਏ ਉਹਦੇ ਗਲਵਜ਼ ਅਤੇ ਹੈਂਡ ਫੈਨ ਡਿੱਗ ਗਏ। ਐਲਿਸ ਨੇ ਉਹਦਾ ਸਮਾਨ ਚੁੱਕਿਆ ਅਤੇ ਜਿਵੇਂ ਹੀ ਉਹਨੇ ਹੈਂਡ ਫੈਨ ਨਾਲ ਹਵਾ ਚੱਲੀ, ਉਹ ਫੇਰ ਨਿੱਕੀ ਹੋਣ ਲੱਗੀ। ਉਸੇ ਵੇਲੇ ਉਹ ਸਲਿੱਪ ਹੋ ਕੇ ਆਪਣੇ ਹੰਝੂਆਂ ਦੇ ਦਰਿਆ 'ਚ ਡਿੱਗ ਪਈ। ਐਲਿਸ ਅਤੇ ਕਈ ਜਾਨਵਰ ਵੀ ਉਹਦੇ 'ਚੋਂ ਬਹਿ ਕੇ ਨਿਕਲਣ ਲੱਗੇ। ਜਦੋਂ ਉਹ ਬਾਹਰ ਨਿਕਲੇ, ਸਭ ਭਿੱਜ ਚੁੱਕੇ ਸੀ। ਐਲਿਸ ਨੂੰ ਫੇਰ ਤੋਂ ਉਹ ਖਰਗੋਸ਼ ਦਿਖਿਆ। ਖਰਗੋਸ਼ ਨੂੰ ਲੱਗਿਆ ਕਿ ਐਲਿਸ ਉਹਦੀ ਮੇਡ ਹੈ। ਉਹਨੇ ਉਹਨੂੰ ਉਹਦੇ ਘਰ ਜਾ ਕੇ ਉਹਦੇ ਗਲਵਜ਼ ਦੇ ਹੈਂਡ ਫੈਨ ਲਿਆਉਣ ਨੂੰ ਕਿਹਾ। ਐਲਿਸ ਜੰਗਲ 'ਚ ਖਰਗੋਸ਼ ਦੇ ਘਰ ਗਈ। ਅੰਦਰ ਜਾਂਦੇ ਹੀ ਉਹਨੂੰ ਗਲਵਜ਼ ਅਤੇ ਹੈਂਡ ਫੈਨ ਮਿਲ ਗਏ। ਟੇਬਲ ਤੇ ਇੱਕ ਬੋਤਲ ਵੀ ਦਿਖੀ। ਉਹਦੇ ਕੋਲ ਪਹੁੰਚ ਕੇ ਉਹਨੇ ਸੋਚਿਆ, ਇਹਨੂੰ ਪੀ ਲਵਾਂ। ਉਹਨੇ ਬੋਤਲ ਲੈ ਕੇ ਜਾਦੂਈ ਸ਼ਰਬਤ ਪੂਰੀ ਪੀ ਲਈ। ਉਲਟਾ ਉਹ ਇੰਨੀ ਵੱਡੀ ਹੋ ਗਈ ਕਿ ਘਰ ਦੇ ਅੰਦਰ ਵੀ ਆ ਨਹੀਂ ਪਾ ਰਹੀ ਸੀ। ਹੁਣ ਮੈਂ ਕੀ ਕਰਾਂ? ਵਾਪਸ ਨਾਰਮਲ ਸਾਈਜ਼ ਤੇ ਕਿਵੇਂ ਪਹੁੰਚੇ ਹੋ? ਦੂਜੇ ਪਾਸੇ ਖਰਗੋਸ਼ ਐਲਿਸ ਦੇ ਲਈ ਵੇਟ ਕਰ ਰਿਹਾ ਸੀ। ਐਲਿਸ ਤੋਂ ਡਰ ਕੇ ਜਾਨਵਰ ਉਸ ਘਰ ਤੇ ਪੱਥਰ ਸੁੱਟਣ ਲੱਗੇ। ਜਿਹੜਾ ਵੀ ਪੱਥਰ ਐਲਿਸ ਦੇ ਕੋਲ ਪਹੁੰਚ ਰਿਹਾ ਸੀ, ਉਹ ਕੇਕ ਬਣ ਰਿਹਾ ਸੀ। ਐਲਿਸ ਇਹ ਕੇਕ ਖਾਂਦੇ ਹੀ ਫੇਰ ਨਿੱਕੀ ਹੋਣ ਲੱਗੀ ਅਤੇ ਉਸ ਘਰ ਚੋਂ ਨਿਕਲ ਸਕੀ। ਪਰ ਇਸ ਵਾਰੀ ਉਹ ਬਹੁਤ ਜ਼ਿਆਦਾ ਨਿੱਕੀ ਹੋ ਚੁੱਕੀ ਸੀ। ਇੰਨੀ ਨਿੱਕੀ ਕਿ ਉਹ ਪੇੜ ਪੌਦਿਆਂ ਦੇ ਬਚਾ ਲਈ ਗੁਆਚ ਰਹੀ ਸੀ। ਵਾਪਸ ਨਾਰਮਲ ਸਾਈਜ਼ ਤੇ ਕਿਵੇਂ ਪਹੁੰਚੇ ਹੋ? ਉਹਨੂੰ ਦੂਰ ਇੱਕ ਪੱਪੀ ਦਿਖਾਈ ਦਿੱਤਾ। ਉਹਨੇ ਉਹਨੂੰ ਪੁਚਕਾਰਨ ਲਈ ਬੁਲਾਇਆ। ਉਹਦੇ ਕੋਲ ਆਂਦੇ ਹੀ ਉਹਨੂੰ ਪਤਾ ਲੱਗਿਆ ਕਿ ਉਹ ਕਿੰਨੀ ਨਿੱਕੀ ਹੋ ਗਈ ਸੀ। ਉਹ ਪੱਪੀ ਦੇ ਹੇਠਾਂ ਕੁਚਲੇ ਜਾਣ ਤੋਂ ਮਸਾਂ ਬਚੀ। ਉਹ ਭੱਜਦੀ ਹੋਈ ਇੱਕ ਮਸ਼ਰੂਮ ਦੇ ਨਾਲ ਜਾ ਟਕਰਾਈ। ਉਹਦੇ ਉੱਤੇ ਇੱਕ ਬਲੂ ਕੈਟਰਪਿਲਰ ਬੈਠਾ ਸੀ। ਐਲਿਸ ਨੇ ਉਹਨੂੰ ਪੁੱਛਿਆ ਕਿ ਕਿੱਦਾਂ ਨਾਰਮਲ ਹੋ ਸਕਦੀ ਹਾਂ ਮੈਂ? ਕੈਟਰਪਿਲਰ ਮੁਸਕਰਾ ਕੇ ਬੋਲਿਆ, ਮਸ਼ਰੂਮ ਦਾ ਇੱਕ ਸਾਈਡ ਤੈਨੂੰ ਵੱਡਾ ਕਰ ਸਕਦਾ ਹੈ ਤੇ ਦੂਜਾ ਸਾਈਡ ਨਿੱਕਾ। ਐਲਿਸ ਨੇ ਇੱਕ ਛੋਟਾ ਮਸ਼ਰੂਮ ਦਾ ਟੋਟਾ ਖਾਧਾ ਅਤੇ ਇੰਨੀ ਵੱਡੀ ਹੋ ਗਈ ਕਿ ਉਹਨੂੰ ਆਪਣੇ ਪੈਰ ਹੀ ਨਜ਼ਰ ਨਹੀਂ ਆ ਰਹੇ ਸੀ। ਤੇ ਹੁਣ ਨਾਰਮਲ ਹੋਣ ਵਾਸਤੇ ਉਹਨੇ ਦੂਜੇ ਸਾਈਡ ਦਾ ਮਸ਼ਰੂਮ ਖਾਧਾ। ਦੋਨੋਂ ਸਾਈਡ ਦਾ ਪੋਰਾ ਖਾ ਕੇ ਉਹ ਫਾਈਨਲੀ ਆਪਣੇ ਨਾਰਮਲ ਸਾਈਜ਼ ਤੱਕ ਪਹੁੰਚ ਗਈ। ਦੋਵੇਂ ਸਾਈਡ ਤੋਂ ਇੱਕ ਟੋਟਾ ਲੈ ਕੇ ਆਪਣੇ ਹੱਥ 'ਚ ਰੱਖਿਆ। ਅੱਗੇ ਵੱਧਦੇ ਹੋਏ ਉਹਨੂੰ ਇੱਕ ਨਿੱਕਾ ਜਿਹਾ ਘਰ ਦਿਖਿਆ, ਪਰ ਉਹਦੇ ਅੰਦਰ ਜਾਣ ਵਾਸਤੇ ਉਹਨੂੰ ਫੇਰ ਨਿੱਕਾ ਹੋਣਾ ਸੀ। ਮਸ਼ਰੂਮ ਦਾ ਟੋਟਾ ਖਾ ਕੇ ਉਹ ਨਿੱਕੀ ਹੋ ਗਈ। ਘਰ ਦੇ ਅੰਦਰ ਐਲਿਸ ਕਿਚਨ ਵਿੱਚ ਪਹੁੰਚੀ। ਉੱਥੇ ਡਚਸ ਆਪਣੇ ਜਵਾਕ ਨਾਲ ਖੜੀ ਸੀ।
ਅਤੇ ਉੱਥੇ ਇੱਕ ਮੋਟਾ ਬਿੱਲਾ ਵੀ ਸੀ। ਐਲਿਸ ਤੇ ਹੱਸ ਰਿਹਾ ਸੀ। ਐਲਿਸ ਨੇ ਪਹਿਲੀ ਵਾਰੀ ਕੋਈ ਮੁਸਕਰਾਉਂਦਾ ਹੋਇਆ ਬਿੱਲਾ ਵੇਖਿਆ। ਤੁਹਾਡਾ ਬਿੱਲਾ ਹੱਸ ਕਿਉਂ ਰਿਹਾ ਹੈ? ਕਿਉਂਕਿ ਇਹ ਚੈਸ਼ਰ ਕੈਟ ਹੈ, ਡਚਸ ਬੋਲੀ। ਉਸੇ ਵੇਲੇ ਉਹ ਬਿੱਲਾ ਗਾਇਬ ਹੋ ਗਿਆ ਅਤੇ ਡਚਸ ਦਾ ਜਵਾਕ ਰੋਣ ਲੱਗਿਆ। ਡਚਸ ਨੇ ਜਵਾਕ ਐਲਿਸ ਨੂੰ ਦਿੱਤਾ। ਤੂੰ ਇਹਨੂੰ ਖਿਡਾ ਜਦ ਤੱਕ ਇਹ ਸੋ ਨਹੀਂ ਜਾਂਦਾ। ਮੈਂ ਕੁਈਨ ਦੇ ਨਾਲ ਕ੍ਰਿਕਟ ਖੇਡਣ ਜਾ ਰਹੀ ਹਾਂ। ਐਲਿਸ ਨੇ ਜਵਾਕ ਨੂੰ ਖਿਡਾਉਣਾ ਸ਼ੁਰੂ ਕੀਤਾ। ਉਸੇ ਵੇਲੇ ਉਹ ਬਿੱਲਾ ਵਾਪਸ ਤੋਂ ਪ੍ਰਗਟ ਹੋਇਆ ਅਤੇ ਹੱਸ ਕੇ ਬੋਲਣ ਲੱਗਾ, ਤੈਨੂੰ ਮੈਡ ਹੈਟਰ ਤੇ ਮਾਰਚ ਹੇਅਰ ਨੂੰ ਲੱਭਣਾ ਹੋਏਗਾ। ਸੰਭਲ ਕੇ ਕਮਲਾ ਹੈ ਜ਼ਰਾ। ਐਲਿਸ ਗੁੱਸੇ ਨਾਲ ਉਹਦੇ ਉੱਤੇ ਚਿੱਖੀ, ਬਾਰ-ਬਾਰ ਗਾਇਬ ਹੋਣਾ, ਪ੍ਰਗਟ ਹੋਣਾ ਬੰਦ ਕਰ। ਠੀਕ ਹੈ, ਮੈਂ ਹੌਲੀ ਹੌਲੀ ਗਾਇਬ ਹੋ ਸਕਦਾ। ਪਹਿਲਾਂ ਪੂੰਛ ਗਈ, ਫਿਰ ਢਿੱਡ ਗਿਆ ਅਤੇ ਪੈਰ। ਉਹ ਗਾਇਬ ਹੋਣ ਲੱਗਿਆ। ਸਿਰਫ ਚਿਹਰਾ ਹੀ ਰਹਿ ਗਿਆ ਸੀ। ਐਲਿਸ ਬਾਹਰ ਗਈ ਅਤੇ ਉਹਨੂੰ ਮਾਰਚ ਹੈਰ ਦਾ ਘਰ ਮਿਲ ਗਿਆ। ਮਾਰਚ ਹੈਰ ਮੈਡ ਹੈਟਰ ਦੇ ਨਾਲ ਚਾਹ ਪੀ ਰਿਹਾ ਸੀ। ਮਾਰਚ ਹੈਰ ਦੇ ਕੰਨਾਂ ਵਿਚਾਲੇ ਪੂਸ ਰੱਖਿਆ ਸੀ। ਐਲਿਸ ਨੂੰ ਸਮਝ ਵੀ ਨਹੀਂ ਆਇਆ ਕਿ ਕਿਉਂ, ਅਤੇ ਮੈਡ ਹੈਟਰ ਨੇ ਇੱਕ ਹੈਟ ਪਾਇਆ ਹੋਇਆ ਸੀ। ਇੱਕ ਚੂਹਾ ਆਰਾਮ ਨਾਲ ਟੇਬਲ ਤੇ ਸੁੱਤਾ ਪਿਆ ਸੀ ਅਤੇ ਇਹ ਦੋਵੇਂ ਉਹਨੂੰ ਸਰਹਾਣੇ ਦੀ ਤਰ੍ਹਾਂ ਇਸਤੇਮਾਲ ਕਰ ਰਹੇ ਸੀ। ਐਲਿਸ ਦੇ ਆਂਦੇ ਹੀ ਦੋਵੇਂ ਚਿੱਲਾ ਪਏ ਕਿ ਥਾਂ ਨਹੀਂ ਹੈ। ਐਲਿਸ ਬੋਲੀ, ਇੰਨੀ ਸਾਰੀ ਤਾਂ ਥਾਂ ਹੈ। ਮੈਡ ਹੈਟਰ ਐਲਿਸ ਨੂੰ ਪੁੱਛਦਾ ਹੈ, ਕੰਨ ਕਿਉਂ ਇੱਕ ਟੇਬਲ ਵਰਗਾ ਲੱਗਦਾ ਹੈ? ਤੁਸੀਂ ਦੱਸੋ। ਮੈਨੂੰ ਨਹੀਂ ਪਤਾ। ਐਲਿਸ ਇਹਨਾਂ ਦੋਨਾਂ ਦੀਆਂ ਗੱਲਾਂ ਤੇ ਸਵਾਲਾਂ ਤੋਂ ਪਰੇਸ਼ਾਨ ਹੋ ਗਈ। ਇਹ ਸਭ ਤੋਂ ਬਕਵਾਸ ਮੀਟਿੰਗ ਰਹੀ ਹੈ, ਉਹ ਬੋਲੀ। ਐਲਿਸ ਨੂੰ ਇੱਕ ਬੂਹਾ ਦਿਖਿਆ, ਇੱਕ ਪੇੜ ਦੇ ਤਣੇ ਵਿੱਚ। ਅੰਦਰ ਆਂਦੇ ਹੀ ਉਹਨੂੰ ਇੱਕ 골ਡਨ ਚਾਬੀ ਮਿਲੀ। ਉਸ ਚਾਬੀ ਨਾਲ ਇੱਕ ਬੂਹਾ ਖੁੱਲਿਆ ਗਾਰਡਨ ਦਾ। ਇਹ ਗਾਰਡਨ ਸੀ ਕੁਈਨ ਆਫ ਹਾਰਟਸ ਦਾ ਅਤੇ ਸਾਰੇ ਵਾਈਟ ਰੋਜ਼ਸ ਨੂੰ ਰੈੱਡ ਪੇਂਟ ਕੀਤਾ ਜਾ ਰਿਹਾ ਸੀ। ਸਾਰੇ ਲੋਕੀ ਤਾਸ਼ ਦੇ ਪੱਤਿਆਂ ਵਰਗੇ ਸੀ। ਐਲਿਸ ਨੇ ਪੁੱਛਿਆ, ਕਿਉਂ ਪੇਂਟ ਕਰ ਰਹੇ ਹੋ ਸਾਰੇ ਵਾਈਟ ਰੋਜ਼ਸ ਨੂੰ ਰੈੱਡ? ਗਾਰਡਨਰ ਬੋਲਿਆ, ਕੁਵੀਨ ਨੂੰ ਰੈੱਡ ਰੋਜ਼ਸ ਚਾਹੀਦੇ ਸੀ, ਪਰ ਅਸੀਂ ਗਲਤੀ ਨਾਲ ਵਾਈਟ ਰੋਜ਼ਸ ਉਗਾ ਦਿੱਤੇ। ਕੁਵੀਨ ਨੂੰ ਪਤਾ ਲੱਗਿਆ ਤਾਂ ਸਾਡੀ ਖੈਰ ਨਹੀਂ। ਉਸੇ ਵੇਲੇ ਕੁਈਨ ਆਫ ਹਾਰਟਸ ਉੱਥੇ ਆਈ। ਪਹਿਲੀ ਵਾਰੀ ਦੇਖੀ ਇਸ ਕੁੜੀ ਨੂੰ ਕੁਈਨ ਆਫ ਹਾਰਟਸ ਨੇ ਕ੍ਰਿਕਟ ਖੇਡਣ ਲਈ ਸੱਦਿਆ। ਐਲਿਸ ਨੇ ਏਦਾਂ ਦਾ ਕ੍ਰਿਕਟ ਫੀਲਡ ਕਦੇ ਨਹੀਂ ਦੇਖਿਆ ਸੀ ਪਹਿਲਾਂ। ਗੇਮ ਦੇ ਵਿਚਾਲੇ ਖਿਡਾਰੀ ਇੱਕ ਦੂਜੇ ਤੇ ਹੌਗਜ਼ ਸੁੱਟ ਕੇ ਲੜਨ ਲੱਗੇ। ਇਹ ਤਾਂ ਕੁਈਨ ਨੂੰ ਬਹੁਤ ਬੁਰਾ ਲੱਗਿਆ। ਉਹ ਗੁੱਸੇ 'ਚ ਚਿল্ਲਾਈ, ਸਾਰੇ ਖਿਡਾਰੀਆਂ ਦੇ ਸਿਰ ਕਲਮ ਕਰ ਦਿੱਤਾ ਜਾ। ਉਹਨਾਂ ਨੇ ਕ੍ਰਿਕਟ ਪਾਰਟੀ ਕੈਂਸਲ ਕਰ ਦਿੱਤੀ। ਸਾਰੇ ਕੋਰਟ ਦੇ ਵੱਲ ਗਏ। ਕੁਈਨ ਦੇ ਕਿਚਨ 'ਚੋਂ ਪਾਈ ਚੋਰੀ ਕਰਨ ਵਾਲੇ ਜੈਕ ਆਫ ਹਾਰਟਸ ਉੱਤੇ ਕੇਸ ਸੀ। ਕੁਈਨ ਹਾਦਸੇ ਦੇ ਸਮੇਂ ਜੈਕ ਆਫ ਹਾਰਟਸ ਨੂੰ ਨਹੀਂ ਫੜ ਸਕੀ ਸੀ ਤੇ ਸਜ਼ਾ ਕਿਵੇਂ ਦਿੰਦੀ? ਜੈਕ ਆਫ ਹਾਰਟਸ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਸੀ। ਖਰਗੋਸ਼ ਨੇ ਇੱਕ ਕਾਗਜ਼ ਤੋਂ ਪੜ੍ਹਨਾ ਸ਼ੁਰੂ ਕੀਤਾ। ਇੱਕ ਸੰਡੇ ਦੀ ਗੱਲ ਹੈ, ਸਾਡੀ ਕੁਈਨ ਆਫ ਹਾਰਟਸ ਨੇ ਪਾਈ ਬਣਾਈਆਂ ਸੀ ਅਤੇ ਜੈਕ ਆਫ ਹਾਰਟਸ ਨੇ ਉਹਨਾਂ ਨੂੰ ਚੋਰੀ ਕਰ ਲਿੱਤਾ। ਕਿੰਗ ਨੇ ਕਿਹਾ, ਪਹਿਲੇ ਵਿਟਨੈਸ ਨੂੰ ਬੁਲਾਇਆ ਜਾਏ। ਪਹਿਲਾ ਵਿਟਨੈਸ ਸੀ ਮੈਡ ਹੈਟਰ।
ਮੈਡ ਹੈਟਰ ਦੇ ਗੱਲ ਕਰਦੇ ਕਰਦੇ ਐਲਿਸ ਅਚਾਨਕ ਤੋਂ ਵਧਣ ਲੱਗ ਪਈ। ਖਰਗੋਸ਼ ਨੇ ਐਲਿਸ ਨੂੰ ਵਿਟਨੈਸ ਸਟੈਂਡ ਤੇ ਆਉਣ ਲਈ ਕਿਹਾ। ਆਪਣਾ ਨਾਮ ਸੁਣਦੇ ਹੀ ਐਲਿਸ ਖੜੀ ਹੋ ਗਈ। ਉਹ ਇੰਨੀ ਵੱਡੀ ਹੋ ਚੁੱਕੀ ਸੀ ਫਿਰ ਤੋਂ ਕਿ ਉਹਦੀ ਡਰੈਸ ਜੂਰੀ ਦੇ ਬੈਂਚ ਵਿੱਚ ਫਸ ਗਈ। ਉਹ ਬੈਂਚ ਪੁੱਠੀ ਹੋ ਗਈ ਅਤੇ ਕੁਝ ਜੂਰੀ ਮੈਂਬਰਸ ਵੀ ਡਿੱਗ ਗਏ। ਕੁਈਨ ਨੇ ਐਲਿਸ ਨੂੰ ਸਭ ਕੁਝ ਦੱਸਣ ਨੂੰ ਕਿਹਾ। ਮੈਨੂੰ ਕੁਝ ਨਹੀਂ ਪਤਾ, ਐਲਿਸ ਬੋਲੀ। ਨਹੀਂ ਪਤਾ, ਏਦਾਂ ਵੀ ਸਿਰ ਕਲਮ ਕਰ ਦਵੋ। ਐਲਿਸ ਨੇ ਹਿੰਮਤ ਨਾਲ ਕਿਹਾ, ਤੁਹਾਡੇ ਆਰਡਰਸ ਮੈਂ ਕਿਉਂ ਮੰਨਾਂ? ਤੁਸੀਂ ਮੇਰੀ ਕੁਈਨ ਨਹੀਂ ਹੋ। ਤੁਹਾਡਾ ਕੋਈ ਹੱਕ ਨਹੀਂ ਮੇਰੇ ਉੱਤੇ। ਜਿਵੇਂ ਹੀ ਐਲਿਸ ਨੇ ਇਹ ਕਿਹਾ, ਕੁਈਨ, ਕਿੰਗ ਅਤੇ ਸਾਰੇ ਤਾਸ਼ ਦੇ ਪੱਤੇ ਐਲਿਸ ਵੱਲ ਨੂੰ ਉੱਡਣ ਲੱਗ ਪਏ। ਐਲਿਸ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਐਲਿਸ ਨੂੰ ਇੱਕ ਹਨੇਰੀ ਬਣ ਕੇ ਘੇਰਨ ਲੱਗ ਪਏ ਅਤੇ ਉਹਨੂੰ ਵੀ ਆਪਣੇ ਅੰਦਰ ਖਿੱਚ ਲਿਆ। ਘੁੰਮ ਕੇ ਐਲਿਸ ਉਹਨਾਂ ਤਾਸ਼ ਦੇ ਪੱਤਿਆਂ ਦੇ ਨਾਲ ਪਹੁੰਚ ਗਈ ਹਰੇ ਪੱਤੇ ਤੇ ਫੁੱਲਾਂ ਦੇ ਵਿੱਚ। ਉਹਦੀ ਦੀਦੀ ਨੇ ਆਵਾਜ਼ ਲਗਾਈ, ਐਲਿਸ ਉੱਠ ਵੀ ਜਾ ਹੁਣ। ਜਦੋਂ ਉਹ ਉੱਠੀ ਤਾਂ ਸਮਝੀ ਕਿ ਸਭ ਇੱਕ ਸੁਪਨਾ ਸੀ। ਵਾਓ, ਕੀ ਸੁਪਨਾ ਸੀ। ਦੀਦੀ, ਮੈਂ ਸੁਣਾਵਾਂ ਆਪਣਾ ਸੁਪਨਾ ਤੁਹਾਨੂੰ। ਇੱਕ ਖਰਗੋਸ਼ ਜੈਕਟ ਪਾਏ ਹੋਏ